ਸਰਕਾਰ ਦੇ ਅੰਦਰ ਨੌਕਰੀਆਂ ਲੈਣ ਲਈ ਪੰਜਾਬੀ ਦਾ ਪਾਸ ਹੋਣਾ ਬਹੁਤ ਜ਼ਰੂਰੀ ਹੈ। ਜਿਹੜੇ ਦੂਸਰੇ ਰਾਜਾਂ ਦੇ ਵਿਦਿਆਰਥੀ ਜਾਂ ਕਰਮੀ ਪੰਜਾਬ ਦੇ ਅੰਦਰ ਜੌਬ ਕਰਨ ਲਈ ਜਦੋਂ ਅਪਲਾਈ ਕਰਦੇ ਨੇ ਤਾਂ ਉਹਨਾਂ ਨੂੰ ਇੱਥੇ ਦੀ ਭਾਸ਼ਾ ਜਿਹੜੀ ਰਾਜ ਭਾਸ਼ਾ ਪੰਜਾਬੀ ਹੈ ਉਹ ਪਾਸ ਕਰਨੀ ਕੰਪਲਸਰੀ ਹੁੰਦੀ ਹੈ, ਕਿਉਂਕਿ ਪੰਜਾਬੀ ਇੱਕ ਅਜਿਹੀ ਭਾਸ਼ਾ ਹੈ ਜਿਸ ਨੂੰ ਸਿੱਖਣ ਲਈ ਸਭ ਤੋਂ ਪਹਿਲਾਂ ਇਸ ਦੀ ਵਿਆਕਰਨ ਬਾਰੇ ਜਾਣਕਾਰੀ ਲੈਣੀ ਬਹੁਤ ਜ਼ਰੂਰੀ ਹੈ। ਕਿਉਂਕਿ ਵਿਆਕਰਨ ਇੱਕ ਅਜਿਹਾ ਤਰੀਕਾ ਹੈ ਜਿਹੜੀ ਕਿ ਕਿਸੇ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣਾ ਅਤੇ ਸ਼ੁੱਧ ਰੂਪ ਵਿੱਚ ਬੋਲਣਾ ਸਿਖਾਉਂਦੀ ਹੈ। ਵਿਆਕਰਨ ਇੱਕ ਅਜਿਹਾ ਗ੍ਰੰਥ ਹੈ ਜਿਸ ਦੇ ਦੁਆਰਾ ਕਿਸੇ ਭਾਸ਼ਾ ਨੂੰ ਨਿਯਮਬੱਧ ਤਰੀਕੇ ਨਾਲ ਜਾਣ ਕੇ ਉਸ ਦੀ ਜਾਣਕਾਰੀ ਲਿੱਤੀ ਜਾਂਦੀ ਹੈ ਅਤੇ ਉਸ ਨੂੰ ਸਿੱਖਿਆ ਜਾਂਦਾ ਹੈ। ਸੋ ਸਾਡਾ ਮੇਨ ਮੁੱਖ ਮੰਤਵ ਇਹੀ ਹੈ ਕਿ ਆਪ ਜੀ ਨੂੰ ਇਸ ਵੀਡੀਓ ਦੇ ਮਾਧਿਅਮ ਰਾਹੀਂ ਵਿਆਕਰਨ ਦੇ ਵੱਖਰੇ ਵੱਖਰੇ ਭਾਗਾਂ ਤੋਂ ਜਾਣੂ ਕਰਾਇਆ ਜਾਵੇ ਅਤੇ ਉਸ ਦੇ ਤਹਿਤ ਪੰਜਾਬੀ ਵਿੱਚ ਜਿਹੜੀਆਂ ਤੁਹਾਨੂੰ ਸਿੱਖਣ ਸੰਬੰਧੀ ਆ ਰਹੀਆਂ ਮੁਸ਼ਕਿਲਾਂ ਨੇ ਉਹਨਾਂ ਨੂੰ ਦੂਰ ਕੀਤਾ ਜਾਵੇ। ਤੁਹਾਨੂੰ ਇਹ ਗੱਲ ਦਾ ਪਤਾ ਹੀ ਹੈ ਕਿ ਵਿਆਕਰਨ ਮੁੱਖ ਰੂਪ ਦੇ ਵਿੱਚ 4 ਭਾਗਾਂ ਵਿੱਚ ਹੁੰਦੀ ਹੈ। ਪਹਿਲਾ ਭਾਗ ਉਹਦਾ ਹੁੰਦਾ ਹੈ ਧੁਨੀ ਬੋਧ, ਜਿਸ ਨੂੰ ਵਰਨ ਬੋਧ ਵੀ ਕਿਹਾ ਜਾਂਦਾ ਹੈ। ਦੂਸਰਾ ਭਾਗ ਸ਼ਬਦ ਬੋਧ ਅਤੇ ਤੀਸਰਾ ਭਾਗ ਵਾਕ ਬੋਧ ਅਤੇ ਚੌਥਾ ਭਾਗ ਅਰਥ ਬੋਧ। ਅੱਜ ਦਾ ਜਿਹੜਾ ਆਪਣਾ ਮੇਨ ਵਿਸ਼ਾ ਹੈ ਉਹ ਵਿਆਕਰਨ ਦੇ ਜਿਹੜਾ ਚੌਥਾ ਭਾਗ ਹੈ ਉਹਦਾ ਹੈਗਾ ਅਰਥ ਬੋਧ। ਤੁਸੀਂ ਇਸ ਗੱਲ ਤੋਂ ਚੰਗੀ ਤਰ੍ਹਾਂ ਭਲੀ ਭਾਂਤ ਜਾਣੂ ਹੋ ਕਿ ਕੋਈ ਵੀ ਜਿਹੜਾ ਵਾਕ ਲਿਖਿਆ ਜਾਂਦਾ ਹੈ ਉਹਦਾ ਕੋਈ ਨਾ ਕੋਈ ਅਰਥ ਹੁੰਦਾ ਹੈ। ਜਿਹੜੇ ਸ਼ਬਦਾਂ ਦੇ ਵੱਖਰੇ ਵੱਖਰੇ ਅਰਥ ਨਿਕਲਦੇ ਹੋਣ ਉਹਨਾਂ ਨੂੰ ਅਰਥ ਬੋਧ ਦੀ ਕੈਟਾਗਰੀ ਵਿੱਚ ਰੱਖਿਆ ਜਾਂਦਾ ਹੈ। ਅਰਥਾਂ ਦੇ ਆਧਾਰ 'ਤੇ ਸ਼ਬਦਾਂ ਦੀ ਵਿਆਖਿਆ ਕਰਨੀ, ਅਰਥਾਂ ਦੇ ਆਧਾਰ 'ਤੇ ਵਾਕਾਂ ਦੀ ਵਿਆਖਿਆ ਕਰਨੀ, ਇਹ ਸਾਰੇ ਹੀ ਜਿਹੜੇ ਪਾਰਟ ਨੇ ਇਹ ਅਰਥਬੋਧ ਦੇ ਅਧੀਨ ਆਉਂਦੇ ਹਨ। ਸੋ ਅਰਥਾਂ ਦੇ ਪੱਖ ਤੋਂ ਵੱਖ-ਵੱਖ ਸ਼ਬਦਾਂ ਦੀ ਜਾਂ ਵੱਖ-ਵੱਖ ਵਾਕਾਂ ਦੀ ਵਿਆਖਿਆ ਕਰਨ ਨੂੰ ਹੀ ਅਰਥਬੋਧ ਦਾ ਨਾਮ ਦਿੱਤਾ ਜਾਂਦਾ ਹੈ। ਬੋਧ ਦਾ ਮਤਲਬ ਹੁੰਦਾ ਗਿਆਨ, ਅਰਥ ਦਾ ਮਤਲਬ ਅਰਥਾਂ ਦੇ ਤੌਰ 'ਤੇ ਗਿਆਨ। ਇਸ ਨੂੰ ਅਸੀਂ ਅਰਥਾਂ ਨੂੰ ਅਸੀਂ 4 ਭਾਗਾਂ ਵਿੱਚ ਵੰਡਦੇ ਹਾਂ। ਸਭ ਤੋਂ ਪਹਿਲਾ ਭਾਗ ਹੈ ਬਹੁ ਅਰਥਿਕ ਸ਼ਬਦ, ਦੂਜਾ ਭਾਗ ਹੈ ਸਮਾਨ ਅਰਥਿਕ ਸ਼ਬਦ, ਤੀਜਾ ਭਾਗ ਹੈ ਬਹੁਤੇ ਅਰਥਾਂ ਦੀ ਥਾਂ ਬਹੁਤੇ ਸ਼ਬਦ ਦੀ ਥਾਂ 'ਤੇ ਇੱਕ ਸ਼ਬਦ, ਚੌਥਾ ਹੈਗਾ ਵਿਰੋਧਾਰਥਕ ਸ਼ਬਦ। ਇਹ 4 ਤਰ੍ਹਾਂ ਦੇ ਜਿਹੜੇ ਸਾਡੇ ਵਾਕ ਨੇ, 4 ਤਰ੍ਹਾਂ ਦੇ ਜਿਹੜੇ ਸ਼ਬਦ ਨੇ, ਇਹਨਾਂ ਦੇ ਵੱਖਰੇ ਵੱਖਰੇ ਢੰਗ ਨੇ। ਅਸੀਂ ਜਿਵੇਂ ਪਹਿਲੀ ਗੱਲ ਕਰੀਏ ਕਿ ਬਹੁ ਅਰਥਿਕ ਸ਼ਬਦ, ਬਹੁ ਅਰਥਿਕ ਦਾ ਮਤਲਬ ਕੀ ਹੈ? ਇੱਕ ਤੋਂ ਵੱਧ ਅਰਥ ਹੋਣੇ। ਇੱਕ ਸ਼ਬਦ ਲੈਣਾ, ਉਸ ਨੂੰ ਵੱਖਰੀ ਥਾਂ 'ਤੇ ਜਿਹੜਾ ਲਿਖਣਾ ਅਤੇ ਉਹਦੇ ਵੱਖਰੀ ਥਾਂ 'ਤੇ ਪ੍ਰਯੋਗ ਕਰਨ 'ਤੇ ਉਹਦੇ ਅਰਥ ਬਦਲ ਜਾਣਾ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਉੱਚਾ ਸ਼ਬਦ ਹੈਗਾ। ਹੁਣ ਉੱਚੇ ਨੂੰ ਜੇ ਮੈਂ ਗੱਲ ਕਰਾਂ ਵੱਖਰੀ ਥਾਂ 'ਤੇ ਇਹਦੇ ਜਿਹੜੇ ਵੱਖਰੇ ਜਿਹੜੇ ਅਰਥ ਨੇ ਨਿਕਲਦੇ ਨੇ। ਮੈਂ ਉੱਚੇ ਦਾ ਲੈ ਰਿਹਾ, ਸਭ ਤੋਂ ਪਹਿਲਾਂ ਵਾਕ ਬਣਾ ਲਿਆ ਮੇਰਾ ਘਰ ਬਹੁਤ ਉੱਚਾ ਹੈ। ਇਹਦਾ ਮਤਲਬ ਇਹ ਹੈ ਕਿ ਜਿਹੜੇ ਮੇਰੇ ਨਾਲ ਦੇ ਘਰ ਨੇ ਉਹਨਾਂ ਘਰਾਂ ਤੋਂ ਜਿਹੜਾ ਮੇਰਾ ਘਰ ਉੱਚਾ ਹੈ। ਦੂਸਰਾ ਹੈਗਾ ਵੀ ਰਾਮ ਕੀ ਗੱਲ ਤੈਨੂੰ ਉੱਚੀ ਸੁਣਦਾ ਹੈ। ਹੁਣ ਇੱਥੇ ਜਿਹੜਾ ਹੈਗਾ ਉੱਚੀ ਸੁਣਨ ਦਾ ਮਤਲਬ ਹੈਗਾ ਕਿ ਰਾਮ ਨੂੰ ਹੌਲੀ ਨਹੀਂ ਸੁਣਦਾ, ਉਹਨੂੰ ਉੱਚੀ ਸੁਣਦਾ ਹੈ। ਇੱਥੇ ਸ਼ਬਦ ਦਾ ਮਤਲਬ ਆ ਗਿਆ ਉੱਚਾ ਸੁਣਨਾ। ਫਿਰ ਆ ਗਿਆ ਰੋਟੀਆਂ ਰਾੜਨ ਲਈ ਵਰਤਿਆ ਜਾਣ ਵਾਲਾ ਯੰਤਰ, ਜਿਹਨੂੰ ਅਸੀਂ ਚਿਮਟਾ ਵੀ ਕਹਿ ਦਿੰਦੇ ਹਾਂ। ਇਹਨੂੰ ਵੀ ਉੱਚਾ ਕਿਹਾ ਜਾਂਦਾ ਹੈ ਕਿ ਮੋਹਨ ਰੋਟੀਆਂ ਸਾੜਨ ਵਾਲੇ ਯੰਤਰ ਲਈ ਉੱਚੇ ਦੀ ਵਰਤੋਂ ਕਰਦਾ ਹੈ। ਫਿਰ ਆ ਗਿਆ ਉੱਚਾ ਬੋਲਣਾ। ਤੂੰ ਐਵੇਂ ਬਹੁਤ ਉੱਚਾ ਬੋਲੀ ਜਾਂਦਾ ਹੈ। ਇਸ ਪ੍ਰਕਾਰ ਜਦੋਂ ਇੱਕ ਸ਼ਬਦ ਨੂੰ ਵੱਖਰੇ ਅਰਥਾਂ ਦੇ ਅਧੀਨ ਵੱਖਰੇ ਵਾਕਾਂ ਦੇ ਵਿੱਚ ਵਰਤਿਆ ਜਾਂਦਾ ਹੈ ਤਾਂ ਉਸ ਨੂੰ ਬਹੁ ਅਰਥਿਕ ਸ਼ਬਦ ਦੀ ਕੈਟਾਗਰੀ ਵਿੱਚ ਰੱਖਿਆ ਜਾਂਦਾ ਹੈ। ਹੁਣ ਦੂਜਾ ਲਾ ਲਓ ਉੱਤਰ। ਹੁਣ ਉੱਤਰ ਇੱਕ ਦਿਸ਼ਾ ਦਾ ਨਾਮ ਵੀ ਹੈ। ਮੋਹਨ ਉੱਤਰ ਵੱਲ ਜਾਂਦਾ ਹੈ। ਇੱਕ ਉੱਤਰ ਪ੍ਰਸ਼ਨ ਉੱਤਰ ਵੀ ਹੈ। ਸੋਹਣ ਨੇ ਹੇਠ ਲਿਖੇ ਪ੍ਰਸ਼ਨ ਦਾ ਉੱਤਰ ਦਿੱਤਾ। ਇਸ ਪ੍ਰਕਾਰ ਫਿਰ ਆ ਗਿਆ ਉਸਦਾ ਕਿਸੇ ਚੀਜ਼ ਦਾ ਉੱਤਰਨਾ, उसका गुट उतर गया, बांह उतर गई, लत्त उतर गई। इस प्रकार इस गल नूं समझण दी बड़ी कोशिश करनी चाहिए है तुहानूं कि बहु अर्थिक जिहड़े शब्द हुंदे ने, जिहड़ा एक शब्द नूं वखरे वखरे जिहड़े ढंगां द्वारा वखरे वखरे वाकां विच वरतन ते जिहड़े उहदे अर्थां विच तब्दीली आउंदी है वो बहु अर्थिक शब्दां दी कैटेगरी विच आउंदे ने। हुण इस तो बाद जिहड़ा साडा दूसरा है समान अर्थिक शब्द। समान अर्थिक शब्द विच हुंदा है कि एक शब्द हुंदा है ਉਹਦੇ ਵੱਖਰੇ अर्थ होने। जिवें हैगी साडी उस्तत। हुण उस्तत का मतलब की है,
उपमा भी हैगी है, शलाघा भी हैगी है, वडियाई भी हैगी है, प्रशंसा भी हैगी है। आप कहने उस्तत, उन्हें उसकी उस्तत की, उसने उसकी वडियाई की, उसने उसकी प्रशंसा की, ਜਾਂ कह सकते हो राम ने गीत गाया, उसने उसकी उस्तत की। पर ਅੱਗੇ ਜਿਵੇਂ ਆ ਗਿਆ ਜਿਸਮ, ਹੁਣ ਜਿਸਮ ਨੂੰ ਅਸੀਂ ਸਰੀਰ ਵੀ ਕਹਿ ਦਿੰਦੇ ਹਾਂ, ਜਿਸ ਨੂੰ ਅਸੀਂ ਤਨ ਵੀ ਕਹਿ ਦਿੰਦੇ ਹਾਂ, ਜਿਸ ਨੂੰ ਅਸੀਂ ਦੇਹ ਵੀ ਕਹਿ ਦਿੰਦੇ ਹਾਂ, ਜਿਸ ਨੂੰ ਅਸੀਂ ਬਦਨ ਵੀ ਕਹਿ ਦਿੰਦੇ ਹਾਂ। ਇਸ ਪ੍ਰਕਾਰ ਵਰਖਾ, ਵਰਖਾ ਦੇ ਅਰਥ, ਵਰਖਾ ਨੂੰ ਅਸੀਂ ਮੀਂਹ ਵੀ ਕਹਿ ਦਿੰਦੇ ਹਾਂ, ਵਰਖਾ ਬਰਸਾਤ ਵੀ ਹੁੰਦੀ ਹੈ ਅਤੇ ਵਰਖਾ ਬਰਸਾਤ ਵੀ ਹੁੰਦੀ ਹੈ। इस प्रकार ਵੱਖਰੇ ਵੱਖਰੇ एक शब्द के ਵੱਖਰੇ ਵੱਖਰੇ जो अर्थ निकलते हैं उन्होंने असीं समान अर्थक शब्दों की कैटागरी में रखते हैं। फिर आ गया बहुते शब्द की थां एक शब्द। हुण ये देखो तुसीं, ये एक वाक हुंदा हैगा, जो एक वाक बोलिया जाता है वो वाक का एक शब्द कढ़ना। हुण बहुते शब्दों की थां एक शब्द जिहड़ा आंदा है उसनूं बहुते शब्दां एक शब्द जिथे एक शब्द वरतिया जाता है उसनूं शब्दिक अर्थां विच कहा जाता है बहुते शब्दों की थां एक शब्द। जिवें जिहड़ा की कहते हैं कित्ते नूं जानण वाला किरती, जिहड़ा सच बोले, सच्ची कहते सच बोलण वाला सच, जिहड़ा की कहते हैं जो कदे ना थके अणथक, जिहड़ा रब नूं मन्ने आस्तिक, जिहड़ा रब नूं ना मन्ने नास्तिक। पर ये जिहड़े वाक ने हुण देखो, जिहड़ा रब नूं मन्ने, रब नूं कौन मनदा है? जिहड़ा आस्तिक है। और जिहड़ा रब नूं नहीं मनदा वो नास्तिक है। जिहड़ा कदे ना थके अणथक, हुण वो एक वाक है, उस वाक की थां ते जिहड़ा उहनूं रिप्रजेंट करने वाला इक्को शब्द है जो कहते हाँ भी अणथक। अणथक किहनूं कहते हैं? जिहड़ा हुण जे आपां उल्ट क्रम च देखीए अणथक किस नूं कहा जाता है जी? जिहड़ा कदे ना थके। फिर जो ये पूछा जाए कि जिहड़ा आस्तिक कौन हुंदा है भी? जिहड़ा रब नूं मन्ने। नास्तिक कौन हुंदा है भी? जिहड़ा रब नूं ना मन्ने। इस प्रकार ਵੱਖਰੇ ਵੱਖਰੇ अर्थां ਦੇ ਅਧੀਨ ਜਦੋਂ ਸ਼ਬਦਾਂ ਨੂੰ ਜਾਂ ਵਾਕਾਂ ਨੂੰ ਵਾਚਿਆ ਜਾਂਦਾ ਹੈ ਜਾਂ ਦੇਖਿਆ ਜਾਂਦਾ ਹੈ ਉਹਨਾਂ ਨੂੰ ਅਸੀਂ ਵਿਆਕਰਨ ਦੇ ਚੌਥੇ ਭਾਗ ਅਰਥਬੋਧ ਦੇ ਅਧੀਨ ਵਾਚਦੇ ਹਾਂ। ਹੁਣ ਜਿਹੜਾ ਸਭ ਤੋਂ ਲਾਸਟ ਭਾਗ ਹੈ ਵਿਰੋਧਾਤਮਕ ਸ਼ਬਦ। ਵਿਰੋਧਾਤਮਕ ਸ਼ਬਦ ਵਿਰੋਧੀ ਸ਼ਬਦ, ਉੱਚਾ ਨੀਵਾਂ, ਚੰਗਾ ਮਾੜਾ, ਉੱਪਰ ਹੇਠਾਂ, दुख सुख, सफलता असफलता। इस प्रकार उल्ट सच झूठ, प्रश्न उत्तर। जो इस प्रकार उल्ट दिशा उल्ट ਜਿਹੜੇ शब्द निकलते हैं अर्थ कढ़ते ਆਪਾਂ ਉਹਨਾਂ ਨੂੰ ਅਸੀਂ ਵਿਰੋਧਾਤਮਕ ਸ਼ਬਦਾਂ ਦੀ ਕੈਟਾਗਰੀ ਵਿੱਚ ਰੱਖਦੇ ਹਾਂ। ਸੋ ਇਸ ਪ੍ਰਕਾਰ ਜਿਹੜੀ ਸਾਡੀ ਭਾਸ਼ਾ ਹੈ, ਜਿਹੜੀ ਭਾਸ਼ਾ ਦੇ ਅਧੀਨ ਜਿਹੜਾ ਸਾਡਾ ਵਿਆਕਰਨ ਦਾ ਚੌਥਾ ਭਾਗ ਹੈਗਾ ਅਰਥਬੋਧ ਦੇ ਪੱਖੋਂ ਵੀ ਸਾਡੀ ਵਿਆਕਰਨ ਦੇ ਵਿੱਚ ਅਰਥਾਂ ਦੀ ਵੀ ਬੜੀ ਵੱਡੀ ਮਹੱਤਤਾ ਹੈ, ਕਿਉਂਕਿ ਕੋਈ ਵੀ ਅਜਿਹਾ ਵਾਕ ਨਹੀਂ ਲਿਖਿਆ ਜਾਂਦਾ ਜਾਂ ਕੋਈ ਵੀ ਅਜਿਹਾ शब्द नहीं बनाया जाता जिसका कोई ना कोई अर्थ ना निकलता होवे। सो इस कैटागरी के विच जिहड़े साडे ने ये चार तरह के आउंदे ने। एक पहला आंदा बहुआर्थक शब्द, दूजा आंदा समान अर्थक शब्द, तीजा आंदा है बहुते शब्द था एक शब्द, और चौथा आंदा है विरोधात्मक शब्द। सो असीं वक्रे वक्रे जो शब्दों को वाचना है, जो शब्दों को वक्रे वक्रे देखना है, तो असीं अर्थबोध की परिस्थिति च रख के भी असीं अपने वाक नूं जांचना है कि ये जिहड़ा मैं वाक लिख रहा ये जिहड़ा वाक है अर्थबोध के किहड़े भाग दे विच आउंदा है। क्योंकि तुहानूं आम तौर पर पूछा जा सकता है कि जिहड़ा सच ते झूठ ये दसो अर्थबोध के किहड़े भाग विच आउंदा है, जां तुहानूं पूछा जा सकता है जिहड़ा सच ना बोले वो अर्थबोध के किहड़े भाग विच आउंदा है, जां तुहानूं पूछा जाए उस्तत के वक्रे वक्रे अर्थ दसो किहड़े भाग विच आउंदे हन, जां तुहानूं पूछा जाए उच्चा दे एक तो वध जिहड़े अर्थ निकलते हैं वाਕਾਂ ਵਿੱਚ ਵਰਤਿਆ ਜਾਂਦਾ ਉਹ ਕਿਹੜੇ ਭਾਗ 'ਚ ਆਉਂਦਾ ਹੈ। ਸੋ ਇਸ ਪ੍ਰਕਾਰ ਅਰਥਬੋਧ ਦੇ ਅੰਦਰ ਵੀ ਸਾਡੀਆਂ ਚਾਰ ਕੈਟਾਗਰੀਆਂ ਬਣਦੀਆਂ ਨੇ ਜਿਹਦੇ ਅਧੀਨ ਅਸੀਂ ਸ਼ਬਦਾਂ ਨੂੰ ਔਰ ਵਾਕਾਂ ਨੂੰ ਅਰਥਾਂ ਦੇ ਅਧੀਨ ਦੇ ਕੇ ਵਾਚਦੇ ਹਾਂ। ਜਦੋਂ ਤੁਹਾਡੇ ਕੋਲ ਕੋਈ ਪੈਰਾਗ੍ਰਾਫ ਆਉਂਦਾ ਹੈ, ਪੈਰਾਗ੍ਰਾਫ ਨੂੰ ਜਦੋਂ ਤੁਸੀਂ ਪੜ੍ਹਦੇ ਹੋ, ਪੈਰਾਗ੍ਰਾਫ ਨੂੰ ਪੜ੍ਹਨ ਤੋਂ ਬਾਅਦ ਤੁਸੀਂ ਇਸ ਚੀਜ਼ ਨੂੰ ਵਾਚਣਾ ਹੈ ਅਰਥਾਂ ਦੇ ਆਧਾਰ 'ਤੇ ਕਿ ਅਰਥਾਂ ਦੇ ਆਧਾਰ 'ਤੇ ਜਿਹੜੀ ਇਹ ਲਾਈਨ ਲਿਖੀ ਗਈ ਹੈ ਇਹ ਮੈਂ ਅਰਥਬੋਧ ਦੇ ਕਿਹੜੇ ਭਾਗ ਦੇ ਵਿੱਚ ਆਉਂਦੀ ਹੈ। ਤੁਹਾਨੂੰ ਆਮ ਤੌਰ 'ਤੇ ਪੇਪਰਾਂ ਦੇ ਵਿੱਚ ਇਹ ਗੱਲ ਵੀ ਪੁੱਛੀ ਜਾ ਸਕਦੀ ਹੈ ਆਬਜੈਕਟਿਵ ਟੌਪ ਦੇ ਵਿੱਚ ਵਸਤੂ ਵਿਸ਼ਲੇਸ਼ਣਾਂ ਦੇ ਵਿੱਚ ਕਿ ਅਰਥ ਦੇ ਆਧਾਰ 'ਤੇ ਦੱਸੋ
ਜਿਹੜੇ ਨੇ ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਨੇ। ਹੁਣ ਅਸੀਂ ਅਰਥਾਂ ਦੇ ਆਧਾਰ ਤੇ ਜਿਹੜੇ ਸ਼ਬਦਾਂ ਦੀ ਗੱਲ ਕਰਦੇ ਹਾਂ, 4 ਪ੍ਰਕਾਰ ਦੀ ਗੱਲ ਕਰਨੀ ਹੈ। ਪਹਿਲੀ ਗੱਲ ਕਰਨੀ ਹੈ ਬਹੁ-ਅਰਥਕ ਸ਼ਬਦਾਂ ਦੀ ਗੱਲ ਕਰਨੀ ਹੈ, ਦੂਜੀ ਸਮਾਨ-ਅਰਥਕ ਸ਼ਬਦਾਂ ਦੀ ਗੱਲ ਕਰਨੀ ਹੈ, ਤੀਜੀ ਬਹੁਤੇ ਸ਼ਬਦ ਦੀ ਥਾਂ ਤੇ ਇੱਕ ਸ਼ਬਦ ਦੀ ਗੱਲ ਕਰਨੀ ਹੈ, ਚੌਥਾ ਕਰਨਾ ਵਿਰੋਧਾਤਮਕ ਸ਼ਬਦਾਂ ਦੀ ਗੱਲ ਕਰਨੀ ਹੈ। ਇਸ ਪ੍ਰਕਾਰ ਜਦੋਂ ਅਸੀਂ ਇਕੱਲੇ ਲਾਈਨ ਨੂੰ ਜਾਂ ਇਕੱਲੇ ਸ਼ਬਦ ਨੂੰ ਵਾਚਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਵਿਆਕਰਨ ਦਾ ਜਿਹੜਾ ਚੌਥਾ ਭਾਗ ਹੈ ਅਰਥਬੋਧ ਹੈ, ਜਿਹਦੇ ਵਿੱਚ ਅਰਥਾਂ ਦੇ ਗਿਆਨ ਦੀ ਗੱਲ ਕੀਤੀ ਗਈ ਹੈ। ਇਹ ਜੇ ਅਰਥਬੋਧ ਨਾ ਹੋਵੇ ਤਾਂ ਅਸੀਂ ਵਿਆਕਰਨ ਦੇ ਵਿੱਚ ਕਿਸੇ ਵੀ ਸੈਂਟੈਂਸ ਨੂੰ, ਕਿਸੇ ਵੀ ਵਾਕ ਨੂੰ, ਕਿਸੇ ਸ਼ਬਦ ਨੂੰ ਸ਼ੁੱਧ ਰੂਪ ਵਿੱਚ ਲਿਖ ਨਹੀਂ ਸਕਦੇ, ਨਾ ਹੀ ਸ਼ੁੱਧ ਵਿੱਚ ਅਸੀਂ ਬੋਲ ਸਕਦੇ ਹਾਂ, ਕਿਉਂਕਿ ਸ਼ਬਦਾਂ ਦਾ ਅਰਥ ਦੀ ਜਾਣਕਾਰੀ ਲੈਣਾ, ਉਹਨਾਂ ਦੇ ਅਰਥਾਂ ਦਾ ਜਾਂਚਣਾ ਸਾਡੇ ਲਈ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਇਸ ਟੌਪਿਕ ਦੇ ਵਿੱਚ ਆਪਾਂ ਨੇ ਅਰਥਬੋਧ ਦੀ ਜਾਣਕਾਰੀ ਹਾਸਲ ਕੀਤੀ ਹੈ ਅਤੇ ਉਹਦੇ ਭਾਗਾਂ ਦੀ ਗੱਲ ਕੀਤੀ ਹੈ। ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਦੇਖੋ, ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਅਰਥਬੋਧ ਕੀ ਹੁੰਦਾ ਹੈ ਤੇ ਇਸ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਅਤੇ ਹਰ ਇੱਕ ਕਿਸਮ ਦੇ ਵਿੱਚ ਕੀ ਹੁੰਦਾ ਹੈ, ਕਿ ਬਹੁ-ਅਰਥਕ ਸ਼ਬਦ ਕਿਸ ਨੂੰ ਕਿਹਾ ਜਾਂਦਾ ਹੈ, ਸਮਾਨ-ਅਰਥਕ ਸ਼ਬਦ ਕਿਸ ਨੂੰ ਕਿਹਾ ਜਾਂਦਾ ਹੈ ਅਤੇ ਬਹੁਤੇ ਥਾਂ ਤੇ ਇੱਕ ਸ਼ਬਦ ਕਿਸ ਨੂੰ ਕਿਹਾ ਜਾਂਦਾ ਹੈ ਤੇ ਲਾਸਟ ਹੈਗਾ ਵਿਰੋਧਾਤਮਕ ਸ਼ਬਦ ਕਿਸ ਨੂੰ ਕਿਹਾ ਜਾਂਦਾ ਹੈ। ਜਦੋਂ ਤੁਹਾਨੂੰ ਇਹਨਾਂ ਚਾਰਾਂ ਕੈਟੇਗਰੀਆਂ ਬਾਰੇ, ਚਾਰਾਂ ਦੇ ਵਿਸ਼ਿਆਂ ਬਾਰੇ ਤੁਹਾਨੂੰ ਪੂਰਨ ਰੂਪ 'ਚ ਗਿਆਨ ਹੋ ਜਾਵੇਗਾ ਤਾਂ ਤੁਸੀਂ ਪੰਜਾਬੀ ਵਿਆਕਰਨ ਦੇ ਵਿੱਚ ਲਿਖੇ ਹੋਏ ਆਪਣੇ ਸੈਂਟੈਂਸ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਗਲਤੀ ਨਹੀਂ ਕਰੋਗੇ। ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਸ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡਾ ਤਾਂ ਜਿਹੜਾ ਫਾਇਦਾ ਹੋ ਰਿਹਾ ਹੋਰਾਂ ਦਾ ਵੀ ਫਾਇਦਾ ਹੋਵੇ। ਧੰਨਵਾਦ।